ਸਤਿ ਸ੍ਰੀ ਅਕਾਲ ਜੀ। ਸੁਰਖਾਬ ਟੀਵੀ ਦੇਖ ਰਹੇ ਹੋ। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਨਿਹੰਗ ਸਿੰਘ ਜਥੇਬੰਦੀਆਂ ਪਹਿਲੇ ਦਿਨ ਤੋਂ ਬਾਰਡਰਾਂ ਦੇ ਉੱਪਰ ਡਟੀਆਂ ਹੋਈਆਂ ਨੇ ਤੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ ਹੋਇਆ ਹੈ। ਹਰ ਇੱਕ ਚੀਜ਼ ਦੇ ਵਿੱਚ ਬਣਦਾ ਯੋਗਦਾਨ ਪਾਇਆ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ। ਅੱਜ ਜਿਹੜਾ ਹੈ ਉਹ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹਨਾਂ ਨੇ ਸਾਰੀਆਂ ਨਿਹੰਗ ਜਥੇਬੰਦੀਆਂ ਨੇ ਇਕੱਠੇ ਹੋ ਕੇ ਪਾਠ ਪ੍ਰਕਾਸ਼ ਕਰਵਾਏ ਗਏ ਨੇ ਤੇ 27 ਤਰੀਕ ਨੂੰ ਜਿਹੜੇ ਨੇ ਉਹ ਭੋਗ ਪਾਏ ਜਾਣੇ ਨੇ। ਗੁਰਬਾਣੀ ਦਾ ਕੀਰਤਨ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਕੀਤੀ ਜਾਣੀ ਹੈ। ਸਾਡੇ ਨਾਲ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ। ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਜੇ ਆਪਾਂ ਗੱਲ ਕਰੀਏ, ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠਣ ਦਾ ਉਪਦੇਸ਼ ਭਗਤ ਰਵਿਦਾਸ ਜੀ ਨੇ ਦਿੱਤਾ ਹੈ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਿੰਗ ਦੀ ਗੱਲ ਭਗਤ ਰਵਿਦਾਸ ਜੀ ਦੀ ਬਾਣੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਜਿਹੜੇ ਮੌਜੂਦ ਨੇ ਭਗਤ ਰਵਿਦਾਸ ਜੀ ਦੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ, ਉਹਨਾਂ ਦਾ ਪ੍ਰਕਾਸ਼ ਆਗਮਨ ਅਸੀਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਤੇ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਪੂਰੇ ਯੂਥ ਵੱਲੋਂ ਇੱਥੇ ਸਿੰਘੂ ਬਾਰਡਰ 'ਤੇ ਮਨਾਇਆ ਜਾ ਰਿਹਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਚੁੱਕੇ ਹਨ। ਪਰਸੋਂ ਨੂੰ ਭੋਗ ਪੈਣੇ ਆ ਅਤੇ ਉਪਰੰਤ ਭੋਗਾਂ ਤੋਂ ਉਪਰੰਤ ਇੱਥੇ ਵੱਡੀ ਪੱਧਰ 'ਤੇ ਭਗਤ ਰਵਿਦਾਸ ਜੀਆਂ ਅਤੇ ਗੁਰੂ ਆਪਣੇ ਬਾਬਾ ਸੰਗਤ ਸਿੰਘਾਂ ਦੇ ਪ੍ਰਕਾਸ਼ ਆਗਮਨ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਕਰਿਆ ਜਾਣਾ। ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛਤਰ ਸਾਹਿਬ ਦੇ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਿਹੰਗ ਸਿੰਘ ਫੌਜਾਂ, ਸਾਰਾ ਕਿਸਾਨ, ਸਾਰਾ ਯੁਵਾ ਇਹਦੇ ਵਿੱਚ ਸ਼ਾਮਲ ਹੋਊਗਾ। ਨਿਹੰਗ ਸਿੰਘ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ, ਹੋਰ ਵੀ ਕਰਤੱਵ ਦਿਖਾਏ ਜਾਣੇ ਨੇ। ਸਿੰਘੂ ਬਾਰਡਰ 'ਤੇ ਵੱਡੀ ਪੱਧਰ 'ਤੇ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ। ਇਹਦੇ ਵਿੱਚ ਜਿਹੜਾ ਇਹ ਇੱਥੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, ਪੂਰੇ ਭਾਰਤ ਵੱਲੋਂ, ਪੰਜਾਬ ਵੱਲੋਂ ਨਹੀਂ, ਪੂਰੇ ਭਾਰਤ ਵੱਲੋਂ, ਪੂਰੇ ਵਰਲਡ ਵੱਲੋਂ ਦੇਸ਼ ਦੀਆਂ ਸੰਗਤਾਂ ਇਸ ਸਿੰਘੂ ਬਾਰਡਰ 'ਤੇ ਨਜ਼ਰਾਂ ਟਿਕੀਆਂ ਹੋਈਆਂ ਨੇ। ਅਤੇ ਮੈਂ ਸਾਰੇ ਪੂਰੇ ਵਰਲਡ ਨੂੰ, ਪੂਰੇ ਭਾਰਤ ਨੂੰ ਭਗਤ ਰਵਿਦਾਸ ਜੀਆਂ ਦੇ ਅਤੇ ਬਾਬਾ ਸੰਗਤ ਸਿੰਘਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਉਹਨਾਂ ਦਾ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਉਹਨਾਂ ਦੇ ਇਹ ਪ੍ਰਕਾਸ਼ ਦਿਹਾੜੇ ਨੂੰ ਮਨਾ ਕੇ ਸਾਨੂੰ ਮਨਾਉਣਾ ਚਾਹੀਦਾ ਹੈ। ਇੱਕ ਤਾਂ ਇਹਦੇ ਨਾਲ ਸਾਰੇ ਭਾਈਚਾਰਕ ਸਾਂਝ ਸਾਡੀ ਕਾਇਮ ਹੁੰਦੀ ਹੈ। ਦੂਸਰਾ ਜਿਹੜਾ ਹੈ ਮੋਰਚਾ, ਉਹਨੂੰ ਮਜ਼ਬੂਤੀ ਮਿਲਦੀ ਹੈ ਕਿਉਂਕਿ ਇੱਥੇ ਸੰਗਤ ਆਊਗੀ, ਇੱਥੇ ਪੂਰਾ ਇਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੋਊਗਾ ਅਤੇ ਸਾਨੂੰ ਆਉਣਾ ਵੀ ਚਾਹੀਦਾ ਕਿਉਂਕਿ ਪਹਿਲਾਂ ਜਿਹੜੀ ਰਵਿਦਾਸ ਭਗਤ ਦੀ ਫੁਲਵਾੜੀ ਉਹ ਖੁਰਾਲ ਜਾਂਦੀ ਸੀ ਉੱਥੇ ਮਨਾਉਣ ਵਾਸਤੇ। ਹੁਣ ਉੱਥੇ ਕਰੋਨਾ ਦੀ ਇਹਨਾਂ ਨੇ ਕਹਿਤਾ ਵੀ ਕਰੋਨਾ ਕਰਕੇ ਨਹੀਂ ਉੱਥੇ ਲਾਗੇ, ਸਭ ਇੱਥੇ ਭਾਈਚਾਰਾ ਆਉਣਾ ਹੈ ਰਵਿਦਾਸ ਭਗਤ ਦਾ, ਅਤੇ ਆਉਣਾ ਵੀ ਚਾਹੀਦਾ ਸਾਰਿਆਂ ਨੂੰ ਕਿਉਂਕਿ ਸਾਰਾ ਹੀ ਸਭ ਦੇ ਸਾਂਝੇ ਨੇ। ਜਿਹੜੇ ਗੁਰੂ ਪੀਰ ਹੁੰਦੇ ਨੇ ਸਭ ਦੇ ਸਾਂਝੇ ਹੁੰਦੇ ਨੇ ਅਤੇ ਸਾਨੂੰ ਸਾਰਾ ਜਿਹੜੀ ਕੌਮ ਆ ਉਹਨਾਂ ਦੇ ਵਾਰਸ ਨੇ ਹਨ, ਉਹਨਾਂ ਨੂੰ ਇਹ ਜਿਹੜੇ ਆਪਣੇ ਗੁਰੂ ਪੀਰ ਨੇ ਪ੍ਰਕਾਸ਼ ਦਿਹਾੜੇ ਹੋਣ ਚਾਹੇ ਸ਼ਹੀਦੀ ਦਿਹਾੜੇ ਹੋਣ, ਉਹਨਾਂ ਨੂੰ ਵਿਸਰਨੇ ਨਹੀਂ ਚਾਹੀਦੇ, ਭੁੱਲਣੇ ਨਹੀਂ ਚਾਹੀਦੇ। ਚਾਹੇ ਅਸੀਂ ਇੱਥੇ ਧਰਨਿਆਂ 'ਤੇ ਬੈਠੇ ਹਾਂ, ਬਹੁਤ ਮੁਸ਼ਕਿਲ ਹਾਲਾਤਾਂ ਦੇ ਵਿੱਚ ਅਤੇ ਆਪਣੀਆਂ ਮੰਗਾਂ ਧਰਨਾ ਜੋ ਹੈ ਬਿੱਲ ਵਾਪਸ ਕਰਾਉਣ ਵਾਸਤੇ 3 ਮਹੀਨਿਆਂ ਤੋਂ ਜੱਦੋ ਜਹਿਦ ਕਰ ਰਹੇ ਹਾਂ, ਪਰ ਫਿਰ ਵੀ ਸਾਨੂੰ ਉਹਨਾਂ ਦੇ ਜਿਹੜੇ ਹੈ ਆਗਮਨ ਪੁਰਬ ਜਾਂ ਸ਼ਹੀਦੀ ਦਿਹਾੜੇ ਮਨਾਉਣੇ ਵੱਡੀ ਪੱਧਰ 'ਤੇ ਚਾਹੀਦੇ ਨੇ ਅਤੇ ਅਸੀਂ ਮਨਾ ਰਹੇ ਹਾਂ। ਚਾਹੇ ਕਿਸੇ ਦਾ ਪ੍ਰਕਾਸ਼ ਦਿਹਾੜਾ ਹੋਵੇ, ਚਾਹੇ ਕਿਸੇ ਦਾ ਸ਼ਹੀਦੀ ਗੁਰਪੁਰਬ ਆਵੇ, ਅਸੀਂ ਪੂਰੀ ਧੂਮਧਾਮ ਨਾਲ ਮਨਾ ਰਹੇ ਹਾਂ। ਹੁਣ ਵੀ ਅਸੀਂ ਮਨਾ ਰਹੇ ਹਾਂ। ਵੀਰ ਜੀ, ਗੁਰਬਾਣੀ ਸਭ ਨੂੰ ਏਕੇ ਦੇ ਸੂਤਰ ਦੇ ਵਿੱਚ ਪਰੋਣ ਦੀ ਗੱਲ ਕਰਦੀ ਹੈ। ਭਗਤ ਰਵਿਦਾਸ ਜੀ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਵੀ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਹੈ, ਇਨਸਾਨੀਅਤ ਦੀ ਗੱਲ ਕੀਤੀ ਹੈ, ਏਕੇ ਦੇ ਵਿੱਚ ਪਰੋਣ ਦੀ ਗੱਲ ਕੀਤੀ ਹੈ। ਜਦੋਂ ਆਪਾਂ ਆਮ ਕਰਕੇ ਦੁਨੀਆ ਦੇ ਵਿੱਚ ਵਿਚਰਦੇ ਹੋਏ ਗੱਲਬਾਤ ਕਰਦੇ ਹਾਂ ਤਾਂ ਲੋਕਾਂ ਦੀਆਂ ਵੰਡੀਆਂ, ਕਿਉਂਕਿ ਪਿੰਡਾਂ ਦੇ ਵਿੱਚ ਬਣੇ ਹੋਏ ਅਲੱਗ-ਅਲੱਗ ਜਾਤ ਬਰਾਦਰੀਆਂ ਦੇ ਗੁਰਦੁਆਰੇ ਸਾਹਮਣੇ ਆ ਜਾਂਦੇ ਨੇ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਸਾਰੇ ਸਮਾਜ ਨੂੰ ਆਪਣੀ ਸੋਚ ਬਦਲਣੀ ਪਏਗੀ ਕਿਉਂਕਿ ਉਹ ਦੇਖੋ ਭਗਤ ਰਵਿਦਾਸ ਜੀ ਕੋਈ ਮਾੜੇ ਮੋਟੇ ਭਗਤ ਨਹੀਂ ਸੀਗੇ। ਗੁਰੂ ਗ੍ਰੰਥ ਸਾਹਿਬ 'ਚ ਦੇਖੋ ਕਿੰਨੀ ਵੱਡੀ ਬਾਣੀ ਉਹਨਾਂ ਦੀ, ਬਹੁਤ ਜ਼ਿਆਦੀ। ਅਤੇ 10ਵੇਂ ਪਾਤਸ਼ਾਹ ਨੇ ਵੀ ਜਾਤ ਪਾਤ ਖਤਮ ਕੀਤੀ ਬਿਲਕੁਲ ਹੀ। ਗੁਰੂ ਨਾਨਕ ਪਾਤਸ਼ਾਹ ਵੀ ਇਹੀ ਸੰਦੇਸ਼ ਦਿੰਦੇ ਰਹੇ ਆ। ਇਹ ਜਿਹੜੀਆਂ ਸਾਨੂੰ ਸੋਚਾਂ ਆਪਣੀਆਂ ਬਦਲਣੀਆਂ ਪੈਣਗੀਆਂ ਕਿਉਂਕਿ ਜੇ ਅਸੀਂ ਉਹ ਪਹਿਲੀ ਗੱਲ ਤਾਂ ਬਾਕੀ ਧਰਮਾਂ ਨੂੰ ਮੈਂ ਇਹੀ ਕਹਿਣਾ ਵੀ ਜਾਤ ਪਾਤ ਅਸੀਂ ਖਤਮ ਕਰੀਏ। ਜੇ ਸਿੱਖ ਧਰਮ ਲਾ ਲਓ, ਜੇ ਸਿੱਖ ਧਰਮ 'ਚ ਵੀ ਕੋਈ ਜਾਤ ਪਾਤ ਊਚ ਨੀਚ ਕਰਦਾ ਹੈ, 10ਵੇਂ ਪਾਤਸ਼ਾਹ ਕਹਿੰਦੇ ਵੀ ਮੇਰਾ ਉਹ ਆਦ ਤੋਂ ਲੱਗ ਕੇ ਜਗਾਤ ਤੱਕ ਨਾ ਸਿੱਖ ਨਾ ਸਿੰਘ ਬਣ ਹੀ ਨਹੀਂ ਸਕਦਾ ਜਿਹੜਾ ਜਾਤ ਪਾਤ ਦਾ ਵਿਤਕਰਾ ਕਰਦਾ। ਸਾਰਿਆਂ ਨੂੰ ਖੰਡੇ ਕੀ ਪਹੁਲ ਜਿਹੜੀ ਦੇਣੀ, ਗੁਰੂ ਸਾਹਿਬ ਜੀ ਦਾ ਮੇਨ ਜਿਹੜਾ ਸੀ ਉਪਦੇਸ਼ ਇਹੀ ਸੀ ਵੀ ਸਾਰੇ ਇਕੱਠੇ ਹੋਣ। ਇਹੀ ਗੱਲ ਹੈ ਨਾ ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਖਾਲਸਾ ਸਾਜਿਆ ਹੈ, ਇੱਕ ਖੰਡੇ ਬਾਟੇ 'ਚ ਅੰਮ੍ਰਿਤ ਛਕਾਇਆ ਗਿਆ ਹੈ ਅਤੇ ਇੱਕ ਹੀ ਲੰਗਰ ਦੀ ਪੰਗਤ ਲਾਈ ਜਾਂਦੀ ਹੈ। ਤੁਸੀਂ ਅਕਾਲ ਤਖਤ ਸਾਹਿਬ 'ਤੇ ਦੇਖ ਲਓ। ਜਿਹੜਾ ਕੋਈ ਇਸ ਚੀਜ਼ ਨੂੰ ਮਾੜਾ ਕਰਦਾ ਹੈ ਕਿਉਂਕਿ 10ਵੇਂ ਪਾਤਸ਼ਾਹ ਪ੍ਰਦੱਖ ਦੇਖਦੇ ਨੇ, ਉਹਨੂੰ ਆਪ ਸੋਚਣਾ ਚਾਹੀਦਾ ਜੇ ਉਹਨੇ ਆਪਣੇ ਆਪ ਨੂੰ ਸਿੰਘ ਘਵਾਉਣਾ ਹੈ ਜਾਂ ਸਿੱਖ ਘਵਾਉਣਾ ਹੈ। ਇਸ ਕਰਕੇ ਉਹਨੂੰ ਜਾਤ ਪਾਤ ਤੋਂ ਬਿਲਕੁਲ ਦੂਰ ਹੋਣਾ ਚਾਹੀਦਾ। ਜੇ ਉਹਨੇ ਜਾਤ ਪਾਤ 'ਚ ਵੜਨਾ ਹੈ ਅਤੇ ਮੇਰੇ ਖਿਆਲ 'ਚ ਉਹਨੂੰ ਸਿੱਖ ਜਾਂ ਸਿੰਘ ਘਵਾਉਣ ਦਾ ਕੋਈ ਹੱਕ ਨਹੀਂ ਹੈਗਾ।
ਜਿਵੇਂ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਜਿਵੇਂ ਆਮ ਕਰਕੇ ਕਿਹਾ ਜਾਂਦਾ ਵੀ ਫਲਾਨਾ ਬੰਦਾ ਪੈਰੀ ਜੁੱਤੀ ਨਹੀਂ ਪਾਉਂਦਾ, ਵੀ ਉਹ ਬਹੁਤ ਵੱਡਾ ਜਿਹੜਾ ਸਿੱਖ ਹੈਗਾ ਜਿਹੜਾ ਪੈਰੀ ਜੁੱਤੀ ਨਹੀਂ ਪਾਉਂਦਾ ਨਾ, ਇਦਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ। ਪਰ ਭਗਤ ਰਵਿਦਾਸ ਜੀ ਜੁੱਤੀ ਇਹ ਵੰਡਦੇ ਨੇ, ਜੁੱਤੀਆਂ ਬਣਾਉਂਦੇ ਨੇ। ਇਹਦਾ ਮਤਲਬ ਵੀ ਨੰਗੇ ਪੈਰੀ ਰਹਿਣ ਦੇ ਨਾਲ ਜਿਹੜਾ ਹੈਗਾ ਕੋਈ ਸੰਬੰਧ ਨਹੀਂ ਹੈਗਾ। ਹੁਣ ਕਈ ਕਿਹਾ ਜਾਂਦਾ ਵੀ ਕੱਪੜੇ ਉਤਾਰ ਲਓ, ਕੱਪੜੇ ਨਹੀਂ ਪਾਉਂਦੇ ਫਲਾਣੇ, ਹੈ ਨਾ। ਜਿਵੇਂ ਗੁਰਬਾਣੀ ਨੇ ਵੀ ਕਿਹਾ ਵੀ ਜੰਗਲਾਂ ਦੇ ਵਿੱਚ ਜਿਹੜੇ ਬਣ ਨੇ ਉਹ ਵੀ ਨੰਗੇ ਹੀ ਰਹਿੰਦੇ ਨੇ, ਹੈ ਨਾ। ਤੇ ਉਧਰ ਕਬੀਰ ਸਾਹਿਬ ਜੀ ਬੁਣਨ ਦਾ, ਖੱਡੀ ਬੁਣਨ ਦਾ ਕੰਮ ਕਰਦੇ ਨੇ, ਕੱਪੜਾ ਬੁਣਦੇ ਨੇ। ਇਹਦਾ ਮਤਲਬ ਇਹ ਹੋਇਆ ਵੀ ਇਸ ਚੀਜ਼ ਦਾ ਸੰਬੰਧ ਜਿਹੜਾ ਹੈਗਾ ਉਹ ਧਰਮ ਨਾਲ ਨਹੀਂ ਹੈਗਾ। ਧਰਮ ਨਾਲ ਤੇ ਕੋਈ ਸੰਬੰਧ ਨਹੀਂਗਾ, ਆਪਾਂ ਆਪ ਹੀ ਸਿਆਣੇ ਆ। ਜੇ ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢੀਆਂ ਹੈ, ਉਹਨਾਂ ਨੇ ਵੇਖੋ ਕਿੰਨਾ ਬਾਣੀ ਕਿੰਨੀ ਦਰਜਾ ਮਹਾਰਾਜ 'ਚ, ਗੁਰੂ ਗ੍ਰੰਥ ਸਾਹਿਬ 'ਚ। ਇਹ ਹਾਂ, ਤੇ ਇਸ ਕਰਕੇ ਜੇ ਭਗਤ ਕਬੀਰ ਜੀ ਕਰਦੇ ਸੀਗੇ, ਕਿਉਂਕਿ ਇਹ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਹਲ ਵਾਇਆ, ਖੇਤੀ ਕੀਤੀ ਆ। ਇਸ ਕਰਕੇ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਭੁੱਲਣਾ ਚਾਹੀਦਾ ਤੇ ਕੁਰਬਾਨੀਆਂ ਦੇਖਣੀਆਂ ਚਾਹੀਦੀਆਂ ਉਹਨਾਂ ਦਾ। ਇਹ ਦੇਖੋ ਵੀ ਉਹਨਾਂ ਦਾ ਸੰਜੋਗ ਕਿੰਨਾ ਸੰਗਤ ਨੂੰ, ਦੁਨੀਆ ਨੂੰ ਕਿੰਨਾ ਜਗਾਇਆ, ਨਰਕ ਚੋਂ ਕੱਢਿਆ ਦੁਨੀਆ ਨੂੰ। ਇਸ ਕਰਕੇ ਸਾਨੂੰ ਜਾਤਾਂ ਪਾਤਾਂ ਤੋਂ ਉੱਠ ਕੇ ਇਹ ਸੰਘਰਸ਼ 'ਚ ਸਾਥ ਦੇਣਾ ਚਾਹੀਦਾ, ਕਿਉਂਕਿ ਏਕਤਾ ਦੀ ਸਾਂਝ ਜ਼ਰੂਰੀ ਹੈ। ਜੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਆ, ਸਾਰੇ ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਨੇ ਲਾ ਲਓ ਜਾਂ ਕਿਸਾਨ ਮਜ਼ਦੂਰ ਕਮੇਟੀ, ਹਰ ਇੱਕ ਜਥੇਬੰਦੀ ਦਾ ਇੱਕੋ ਹੀ ਸੰਯੋਗ ਹੈ, ਸੰਗਤ ਦਾ ਸਾਂਝਾ ਹੈ, ਕੋਈ ਚੋ ਨਹੀਂ ਹੈਗਾ। ਇਹ ਸਾਰਿਆਂ ਵੱਲੋਂ ਆ ਤੇ ਸਾਨੂੰ ਜਾਤ ਪਾਤ ਤੋਂ ਉੱਠ ਕੇ ਸਾਂਝੀ ਵਾਰਤਾ ਦੇਣੀ ਚਾਹੀਦੀ ਹੈ। ਇਸ ਕਰਕੇ ਵੀਰ ਜੀ ਤੁਸੀਂ ਦੇਖਿਆ ਬਨਾਰਸ ਦੀ ਧਰਤੀ ਦੇ ਉੱਪਰ ਜਿਹੜੇ ਨੇ ਉਹ ਹਜ਼ਾਰਾਂ ਹੀ ਜਿਹੜੇ ਬ੍ਰਾਹਮਣ ਰਹਿੰਦੇ ਨੇ। ਬ੍ਰਾਹਮਣ ਦਾ ਮਤਲਬ ਜਿਹੜੇ ਕਰਮ ਕਾਂਡ ਕਰਦੇ ਨੇ, ਹੈ ਨਾ। ਬ੍ਰਾਹਮਣ ਵੈਸੇ ਚੰਗਾ ਲਫ਼ਜ਼ ਹੈ, ਜਿਹੜਾ ਸਿਧਾਂਤ ਦੇ ਮੁਤਾਬਕ ਚੱਲਦਾ ਹੈਗਾ, ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ। ਪਰ ਜਿਹੜੇ ਗਲਤ ਕੰਮ ਕਰਦੇ ਨੇ ਲੱਖਾਂ ਹੀ ਰਹਿੰਦੇ ਨੇ। ਤੇ ਇੰਨੇ ਵੱਡੇ ਉਸ ਦੇ ਵਿੱਚ ਬ੍ਰਾਹਮਣਾਂ ਦੇ ਵਿੱਚ ਭਗਤ ਰਵਿਦਾਸ ਜੀ ਵਰਗੇ ਸੂਰਮੇ, ਖਾਸ ਕਰ ਬਾਬਾ ਕਬੀਰ ਜੀ ਵਰਗੇ ਸੂਰਮੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਕਿੱਡੀ ਵੱਡੀ ਗੱਲ ਕਰਦੇ ਨੇ ਬਈ। ਸਿਧਾਂਤ ਦੀ ਗੱਲ ਕਰਦੇ ਆ, ਸਿੱਖਿਆ ਦੀ ਗੱਲ ਕਰਦੀ ਹੈ, ਇੱਕ ਰੱਬ ਦੀ ਗੱਲ ਕਰਦੇ। ਕਹਿਣ ਤੋਂ ਭਾਵ ਬ੍ਰਾਹਮਣਾਂ ਤੋਂ ਕੀਤੇ ਜਾ ਰਹੇ ਕਰਮ ਕਾਂਡਾਂ ਨੂੰ ਬਿਲਕੁਲ ਹੀ ਰੱਦ ਕਰਕੇ ਇੱਕ ਅਕਾਲ ਪੁਰਖ ਦੇ ਨਾਲ ਜੁੜਨ ਦੀ ਗੱਲ ਕਰਦੇ ਨੇ। ਜਿਹੜਾ ਮਹਾਰਾਜ ਨੇ ਬ੍ਰਾਹਮਣ ਕਿਹਾ ਨਾ, ਪੰਡਤ ਕਿਹਾ, ਪੰਡਤ ਮਹਾਰਾਜ ਨੇ ਕਿਸੇ ਜਾਤ ਦੇ, ਕਿਸੇ ਘਰੇ ਦੇ ਜਨਮੇ ਨੂੰ ਪੰਡਤ ਨਹੀਂ ਕਿਹਾ। ਉਹਨਾਂ ਨੇ ਜਿਹੜਾ ਵਿਦਿਆਧਾਰੀ ਸੀ, ਜਿਹੜਾ ਵਿਦਿਆ ਪੜ੍ਹਿਆ ਹੋਇਆ ਸੀ, ਉਹਨੂੰ ਪੰਡਤ ਕਿਹਾ। ਜਿਹੜਾ ਉਹਨਾਂ ਨੇ ਛਤਰੀ ਕਿਹਾ, ਛਤਰੀ ਉਹਨਾਂ ਦੇ ਗੁਰੂ ਦੇ ਅਨੁਸਾਰ ਜਿਹੜਾ ਛਤਰੀ ਆ ਉਹ ਸ਼ਾਸਤਰਧਾਰੀ ਆ। ਤੇ ਇਹ ਜਿਹੜਾ ਪੰਡਤਾਂ ਦਾ ਇਹ ਸ਼ਬਦ ਲੈ ਲੈਂਦੇ ਵੀ ਜਿਹੜੇ ਬ੍ਰਾਹਮਣ ਦੇ ਘਰੇ ਜੰਮਿਆ, ਮਤਲਬ ਫਿਰ ਬਾਣੀ 'ਚ ਵੀ ਆਉਂਦਾ, ਜੇ ਬ੍ਰਾਹਮਣੀ ਘਰ ਜਾਇਆ ਤੇ ਫਿਰ ਆਣ ਬਾਟ ਕੇ ਬਣੇ ਆਇਆ, ਮਹਾਰਾਜ ਦੀ ਬਾਣੀ 'ਚ ਕਹਿੰਦੇ ਆ। ਪੰਡਤ ਸ਼ੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਹਾਂਜੀ, ਤੇ ਜਿਹੜਾ ਮਹਾਰਾਜ ਦੀ ਇਹ ਆ ਵੀ ਉਹ ਕਹਿੰਦੇ ਵੀ ਜਿਹੜਾ ਪੜ੍ਹਿਆ ਲਿਖਿਆ ਉਹ ਪੰਡਤ ਹੈ, ਉਹੀ ਪੜ੍ਹਿਆ ਲਿਖਿਆ ਗਿਆਨੀ ਹੈ। ਮਤਲਬ ਉੱਥੇ ਜਿਹੜੀ ਬਨਾਰਸ ਦੇ ਵਿੱਚ ਨਾ ਵਿਦਿਆ ਪੜ੍ਹਾਈ ਜਾਂਦੀ ਸੀ, ਉੱਥੇ ਵਿਦਿਆ ਪੜ੍ਹਦੇ ਸੀ, ਕਿਉਂਕਿ ਉਸ ਟਾਈਮ ਤੇ ਉਹ ਸੈਂਟਰ ਸੀ, ਇੱਕ ਯੂਨੀਵਰਸਿਟੀ ਸੀ, ਉੱਥੇ ਜਾ ਕੇ ਵਿਦਿਆ ਪੜ੍ਹੀ ਜਾਂਦੀ ਸੀ। ਫਿਰ ਮਹਾਰਾਜ ਨੇ ਜਿਹੜੀ ਗੁਰੂ ਕੀ ਕਾਂਸੀ, ਜਿਹੜਾ ਦਮਦਮਾ ਸਾਹਿਬ ਹੈ, ਉਹਨੂੰ ਮਤਲਬ ਵਿਦਿਆ ਦਾ ਸੈਂਟਰ ਬਣਾਇਆ ਗੁਰੂ ਗੋਬਿੰਦ ਸਿੰਘ ਨੇ। ਜਿਵੇਂ ਐਡੀ ਵੱਡੀ ਗੱਲ ਕਰਨੀ ਗੁਰਬਾਣੀ ਦੇ ਵਿੱਚ, ਆਨ ਵਟ ਕਹੇ ਨਹੀਂ ਆਇਆ, ਹੈ ਨਾ। ਹਮ ਕਤ ਲਹੂ ਤੁਮ ਕਤ ਦੂਧ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਯੋਧਿਆਂ ਨੇ ਕੀਤੀ, ਹੈ ਨਾ। ਕਿੰਨਾ ਮੁਸ਼ਕਲ ਹੋਵੇਗਾ ਉਸ ਟਾਈਮ। ਐਵੇਂ ਥੋੜ੍ਹੇ ਉਹਨਾਂ ਨੂੰ ਕਦੇ ਨਦੀ ਦੇ ਵਿੱਚ ਡੁਬੋਇਆ ਜਾਂਦਾ ਹੈ ਤੇ ਕਦੇ ਹਾਥੀਆਂ ਦੇ ਅੱਗੇ ਸੁੱਟਿਆ ਜਾਂਦਾ ਵੀ। ਇੱਦਾਂ ਦੇ ਜਿਹੜੇ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ, ਜਿਨ੍ਹਾਂ ਦੀ ਬਹੁਤ ਗਿਣਤੀ ਹੁੰਦੀ ਹੈ, ਉਹ ਇੱਦਾਂ ਡਰਾਉਂਦੀਆਂ ਨੇ ਨਾ ਇਹਨਾਂ ਸੂਰਮਿਆਂ ਨੂੰ। ਇਹ ਪਹਿਲਾਂ ਤੋਂ ਇਹਨਾਂ ਨੇ ਦਮਨਕਾਰੀ ਨੀਤੀ ਹੈ ਨਾ ਜਿਹੜੀ ਉਹ ਕਰਕੇ ਰੱਖੀ ਆ, ਵੀ ਇਹਨਾਂ ਨੂੰ ਪਤਾ ਨਾ ਲੱਗ ਜੇ, ਜਾਤਾਂ ਪਾਤਾਂ 'ਚ ਵੰਡ ਕੇ ਰੱਖਿਆ। ਦੇਖੋ ਹੁਣ ਜਿਹੜੇ ਇਹਨਾਂ ਦੇ ਸੀ, ਉਹਨਾਂ ਦੇ ਮੰਦਰਾਂ ਦੇ ਵਿੱਚ ਸ਼ੂਦਰ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ। ਅੱਜ ਵੀ ਜਿਹੜੇ ਤੁਸੀਂ ਪਹਿਲਾਂ ਗੱਲ ਕਰੇ ਸੀ ਬਾਬਾ ਜੀ ਨਾਲ, ਸਾਨੂੰ ਹੁਣ ਇਹ ਜਾਤਾਂ ਪਾਤਾਂ ਦੇ ਗੁਰਦੁਆਰੇ ਵੀ ਬਣਾਤੇ। ਵਿਸ਼ਵਕਰਮਾ ਦਾ ਗੁਰਦੁਆਰਾ ਬਣਾਤਾ। ਵਿਸ਼ਵਕਰਮਾ ਜਿਹੜਾ ਸ਼ਬਦ ਆ ਬਾਣੀ ਦੇ ਵਿੱਚ ਸਾਰੇ ਦੇਵਤਿਆਂ ਦੇ ਨਾਂ ਹੈ, ਵਿਸ਼ਵਕਰਮਾ ਦਾ ਨਾਂ ਹੀ ਹੈ ਨਹੀਂ। ਸਾਡੇ ਕਈ ਮੈਂ ਪਿੰਡਾਂ 'ਚ ਵੇਖਿਆ ਵਿਸ਼ਵਕਰਮਾ ਦਾ ਵੀ ਗੁਰਦੁਆਰਾ ਬਣਾਤਾ। ਉਹ ਕਿਉਂ ਬਣਾਏ ਵੀ ਇਹਨਾਂ ਜਾਤਾਂ 'ਚ ਉਹ ਵਿਸ਼ਵਕਰਮਾ ਹੀ ਜਾਵੇ। ਇੱਕ ਵਾਰ ਦੀ ਗੱਲ ਆ, ਉੱਥੇ ਆਪਣਾ ਇਹ ਭਗਤ ਰਵਿਦਾਸ ਦਾ ਨਾ ਨਗਰ ਕੀਰਤਨ ਨਿਕਲ ਰਿਹਾ ਸੀ, ਅਸੀਂ ਉਦੋਂ ਪੜ੍ਹਦੇ ਹੁੰਦੇ ਸੀ, ਤੇ ਉਹ ਥੋੜ੍ਹੇ ਜਿਹੇ ਲੋਕ ਮਤਲਬ ਉਹਦੇ ਮਗਰ ਜਾ ਰਹੇ ਸੀ। ਅਸੀਂ ਬੜਾ ਮਹਿਸੂਸ ਕਰਿਆ, ਅਸੀਂ ਆਖਿਆ ਵੀ ਇਹ ਕਿਉਂ ਹੈ, ਜਿਹੜਾ ਨਗਰ ਕੀਰਤਨ ਤਾਂ ਸਾਰਿਆਂ ਦਾ ਸਾਂਝਾ ਹੁੰਦਾ। ਉਹ ਕਹਿੰਦੇ ਵੀ ਇਹ ਤਾਂ ਘੱਟ ਜਾ ਰਿਹਾ ਵੀ ਇਹ ਗੁਰੂ ਰਵਿਦਾਸ ਦਾ ਜਨਮ ਅੱਜ ਉਹਨਾਂ ਦਾ ਹੈਗਾ, ਮਤਲਬ ਦਿਹਾੜਾ ਹੈ, ਤਾਂ ਕਰਕੇ ਥੋੜ੍ਹੇ ਜਿਹੇ ਜਾ ਰਹੇ ਸੀ। ਪਰ ਇਹ ਬਹੁਤ ਮਾੜੀ ਗੱਲ ਆ। ਅਸੀਂ ਤਾਂ ਨੇ ਵੀ ਜੇ ਨਗਰ ਕੀਰਤਨ ਉਹਦੇ ਵਿੱਚ ਸਾਰੇ ਲੋਕਾਂ ਨੂੰ ਜਾਣਾ ਚਾਹੀਦਾ, ਕਿਉਂਕਿ ਮਹਾਰਾਜ ਨੇ ਤਾਂ ਜਾਤਾਂ ਪਾਤਾਂ ਤੋਂ ਉੱਪਰ ਰੱਖਿਆ ਸਾਨੂੰ। ਜਿਵੇਂ ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ ਹੈ, ਬਹੁ ਗਿਣਤੀ ਗੁਰਦੁਆਰਿਆਂ ਦੀ ਪਿੰਡਾਂ ਦੇ ਵਿੱਚ ਹੋ ਗਈ, ਤੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਪ੍ਰਚਾਰ ਵੀ ਕੀਤਾ ਜਾਂਦਾ। ਅਸੀਂ ਖੁਦ ਸੁਣਿਆ ਬਈ ਉੱਥੇ ਇੱਕ ਪ੍ਰਚਾਰਕ ਪ੍ਰਚਾਰ ਕਰ ਰਿਹਾ ਸੀ। ਵੈਸੇ ਉਹ ਉੱਥੇ ਇਲਾਕੇ ਦਾ, ਮੁੱਲਾਪੁਰ ਇਲਾਕੇ ਦਾ ਪ੍ਰਚਾਰਕ ਨਹੀਂ ਸੀ, ਵੈਸੇ ਆਪਾਂ ਕਹਿ ਸਕਦੇ ਹਾਂ ਵੀ ਡੇਲੀ ਗੁਰਦੁਆਰਾ ਸਾਹਿਬ ਆਉਣਾ, ਹੈ ਨਾ। ਉਹ ਉੱਥੇ ਸੰਗਤ ਦੇ ਵਿੱਚ ਇਦਾਂ ਦਾ ਪ੍ਰਚਾਰ ਕਰਦੇ ਨੇ ਵੀ ਜਿਹੜਾ ਬਾਬਾ ਦੀਪ ਸਿੰਘ ਦਾ ਖੰਡਾ ਉਹ ਵੀ ਵਿਸ਼ਵਕਰਮੇ ਨੇ ਦਿੱਤਾ,
ਜਿਹੜੇ ਨੇਜੇ ਨੇ ਉਹ ਵੀ ਵਿਸ਼ਵਕਰਮੇ ਨੇ ਦਿੱਤੇ ਨੇ, ਜਿਹੜੇ ਹੋਰ ਹਥਿਆਰ ਨਿਹੰਗ ਸਿੰਘ ਜਿਵੇਂ ਤੁਸੀਂ ਲਈ ਫਿਰਦੇ ਉਹ ਵੀ ਵਿਸ਼ਵਕਰਮੇ ਨੇ ਬਣਾ ਕੇ ਦਿੱਤੇ। ਇਦਾਂ ਦਾ ਕੂੜ ਪ੍ਰਚਾਰ ਕਰਨ ਦੀ ਕੀ ਲੋੜ ਹੁੰਦੀ ਹੈ, ਜਦ ਕਿ ਗੁਰਬਾਣੀ ਕਹਿੰਦੀ ਹੈ ਵੀ ਅਕਾਲ ਪੁਰਖ ਰੱਬ ਦੇ ਵੱਲੋਂ ਇਹ ਸਾਰੇ ਸ਼ਸਤਰ ਸਾਜੇ ਗਏ ਨੇ। ਮਹਾਰਾਜ ਨੂੰ ਤਾਂ ਸਾਰੇ ਦੇਵਤਿਆਂ ਨੇ ਮਹਾਰਾਜ ਨੂੰ ਦਿੱਤੇ ਆ ਸ਼ਾਸਤਰ ਇਕੱਠੇ ਕਰਕੇ। 33 ਕਰੋੜ ਦੇਵੀ ਦੇਵਤੇ ਨੇ ਮਹਾਰਾਜ ਨੂੰ ਸੌਂਪਤੇ ਵੀ ਤੁਸੀਂ ਮਹਾਰਾਜ ਹੁਣ ਸਾਡੀ ਰੱਸਿਆ ਕਰੋ। ਸਾਰੇ ਨੇ ਆਪਾਂ ਆਉਂਦਾ ਇਹਨਾਂ ਵਿੱਚ ਵੇਦਾਂ ਪੁਰਾਣਾਂ ਦੇ ਵਿੱਚ ਵੀ ਉਹਨਾਂ ਨੇ ਸਾਰਾ ਮਹਾਰਾਜ ਨੂੰ ਫੜਾਤਾ। ਜਦੋਂ ਉਹਨਾਂ ਤੋਂ ਨਾ ਸ਼ਾਸਤਰ ਚੱਲੇ ਉਹਨਾਂ ਨੇ ਆਖਿਆ ਮਹਾਰਾਜ ਤੁਸੀਂ ਇਹਨਾਂ ਨੂੰ ਚਲਾ ਸਕਦੇ ਆ। ਮਤਲਬ ਇਹ ਉਹਨਾਂ ਨੇ ਵਿਸ਼ਵਕਰਮਾ ਨੇ ਸਾਨੂੰ ਨਹੀਂ ਦਿੱਤੇ ਕਿਸੇ ਦੀਪ ਸਿੰਘ ਨੂੰ, ਉਹਨਾਂ ਨੇ ਮਹਾਰਾਜ ਨੂੰ ਦੇਤੇ ਸੀਗੇ ਕਿਉਂਕਿ ਮਹਾਰਾਜ ਨੇ ਬਣਾਇਆ, ਅਕਾਲ ਪੁਰਖ ਨੇ ਉਹਨਾਂ ਨੂੰ ਸੌਂਪਤੇ ਸ਼ਾਸਤਰ ਸਾਰੇ। ਜਿਵੇਂ ਪਾਠ ਪ੍ਰਕਾਸ਼ ਕਰਵਾਇਆ ਗਿਆ ਹੈ, ਬਹੁ ਗਿਣਤੀ ਇੱਥੇ ਆਉਣ ਦੀ ਸੰਭਾਵਨਾ ਹੈ। ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਝੰਡੇ ਦੇ ਥੱਲੇ ਕੇਵਲ ਉਹ ਝੰਡਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅਨੁਸਾਰ ਹੋਵੇ, ਉਸ ਦੇ ਅਨੁਸਾਰ ਤੁਰਨਾ ਚਾਹੀਦਾ। ਅਖੀਰ ਦੇ ਵਿੱਚ ਤੁਸੀਂ ਸਾਂਝਾ ਉਪਦੇਸ਼ ਕੀ ਦੇਣਾ ਚਾਹੁੰਦੇ ਹੋ? ਸਾਂਝਾ ਉਪਦੇਸ਼ ਦਿੱਤਾ ਨੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਮੋਰਚਾ ਹੈ ਇਹਦੇ ਵਿੱਚ ਸਾਰਿਆਂ ਨੂੰ ਜਾਤਾਂ ਪਾਤਾਂ ਤੋਂ ਉੱਪਰ, ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਮੋਰਚਾ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਿੱਚ ਯਤਨ ਕਰਨੇ ਚਾਹੀਦੇ ਆ। ਬਾਕੀ ਇੱਕ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਸੀ, ਜਿਵੇਂ ਹੁਣ ਰਕੇਸ਼ ਟਕੈਤ ਨੇ ਮੈਂ ਅੱਜ ਖਬਰ ਪੜ੍ਹੀ ਸੀ, ਉਹ ਕਹਿੰਦੇ ਵੀ ਅਸੀਂ ਸੰਸਦ ਭਵਨ ਦਾ ਘਿਰਾਓ ਕਰਨਾ। ਮੈਂ ਨਾ ਵੀ ਇਹ ਬਹੁਤ ਚੰਗੀ ਗੱਲ ਆ ਜੇ ਸੰਸਦ ਭਵਨ ਦਾ ਘਿਰਾਓ ਕੀਤਾ ਜਾਵੇ, ਕਿਉਂਕਿ ਇੱਥੇ ਬੈਠ ਕੇ ਤਾਂ ਇਹਦਾ ਮਸਲੇ ਦਾ ਹੱਲ ਨਹੀਂ ਹੋਣਾ। ਇੱਥੇ ਤਾਂ ਗੱਫੇ ਛਾਕ ਲਏ ਆ ਲੈਕਚਰ ਦੇ ਲੈ, ਜਿੰਨਾ ਮਰਜ਼ੀ ਦੇਈ ਚਲੋ, ਅਸੀਂ ਵੀ ਬੈਠੇ ਖੜੇ ਲੈਕਚਰ ਦੇਈ ਜਾਵਾਂਗੇ। ਲੈਕਚਰਾਂ ਦਾ ਕੋਈ ਮੈਂ ਤਾਂ ਉਹਨਾਂ ਦਾ ਨਹੀਂ ਵੀ ਕੋਈ ਮਾਇਨਾ ਰੱਖਦਾ ਹੋਊ ਜਾਂ ਸਰਕਾਰ ਤੇ ਕੋਈ ਇਹਨਾਂ ਦਾ ਦਬਾਅ ਪੈਂਦਾ ਹੋਊ। ਆ ਜਿਹੜੇ ਹੁਣ ਨਾਅਰੇ ਲਾਈ ਜਾਂਦੇ ਮੋਦੀ ਮੁਰਦਾਬਾਦ, ਉਹਨੂੰ ਕੀ ਵਾ, ਉਹ ਤਾਂ ਬੈਠਾ ਇਹਦਾ ਕੋਈ ਨਾ ਕੋਈ ਇਹਨਾਂ ਨੂੰ ਹੱਲ। ਜਿਵੇਂ ਉਹ ਰਕੇਸ਼ ਟਕੈਤ ਨੇ ਬਹੁਤ ਵਧੀਆ ਗੱਲ ਕਰੀ ਆ ਵੀ ਜਿਹੜਾ ਅਗਲਾ ਸਟੈਪ ਹੈਗਾ ਉਹ ਸੰਸਦ ਘੇਰਨ ਦਾ ਸਾਨੂੰ ਹੋਣਾ ਚਾਹੀਦਾ। 40 ਲੱਖ ਟਰੈਕਟਰਾਂ ਦੀ ਵੀ ਗੱਲ ਸਾਹਮਣੇ ਆਈ। ਹਾਂ 40 ਲੱਖ ਟਰੈਕਟਰ ਲੈ ਕੇ ਆਉਂਦੇ, 40 ਤੋਂ ਵੀ ਮੈਂ ਨਾ ਵੀ ਵੱਧ ਟਰੈਕਟਰ ਭਾਵੇਂ ਨਾ ਹੀ ਲੈ ਕੇ ਜਾਣ, ਤੁਰ ਕੇ ਮੈਂ ਤਾਂ ਨਾ ਜਾਣ, ਟਰੈਕਟਰ ਨਹੀਂ ਲੈ ਕੇ ਜਾਣੇ ਚਾਹੀਦੇ। ਟਰੈਕਟਰ ਫਿਰ ਇਹ ਰੋਕਦੇ ਆ, ਫਿਰ ਬੜੀ ਵੱਡੀ ਮੁਸ਼ਕਲ ਆਉਂਦੀ ਆ। ਮੈਂ ਤਾਂ ਨਾ ਵੀ ਇਹ ਰਕੇਸ਼ ਟਕੈਤ ਸਾਹਿਬ ਨੇ ਫੈਸਲਾ ਤਾਂ ਬਹੁਤ ਵਧੀਆ ਉਹਨਾਂ ਦਾ ਲਿਆ ਵਾ, ਅਸੀਂ ਉਹਦਾ ਸਮਰਥਨ ਕਰਦੇ ਹਾਂ, ਅਸੀਂ ਬਹੁਤ ਵਧੀਆ ਉਹਨਾਂ ਦਾ ਫੈਸਲਾ। ਪਰ ਇਹ ਮੈਂ ਤਾਂ ਨਾ ਵੀ ਤੁਰ ਕੇ ਹੀ ਜਾਣਾ ਚਾਹੀਦਾ ਇਹਨਾਂ ਨੂੰ, ਤੁਰ ਕੇ ਜਾ ਕੇ ਕੋਈ ਕਿਸੇ ਪਾਸੇ ਜਾਵੇ, ਕੋਈ ਕਿਸੇ ਦੀ ਰਾਹ ਨਹੀਂ ਰੋਕ ਸਕਦੇ ਇਹ, ਤੇ ਜਾ ਕੇ ਜਿਹੜਾ ਸੰਸਦ ਭਵਨ ਆ ਉਹਨੂੰ ਰੋਕ ਲੈਣਾ ਚਾਹੀਦਾ। ਬਾਕੀ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਇਹਨਾਂ ਨੂੰ ਤਾਂ ਰੋਕ ਹੀ ਨਹੀਂ ਸਕਦੇ, ਕਿਉਂਕਿ ਸਾਨੂੰ ਤਾਂ ਅਧਿਕਾਰ ਦਿੱਤਾ ਹੋਇਆ। ਇਹ ਸਾਨੂੰ ਤਾਂ ਅੰਗਰੇਜ਼ਾਂ ਦਾ ਇਹ ਕਾਨੂੰਨ ਮੰਨਦੇ ਆ। ਅੰਗਰੇਜ਼ਾਂ ਦਾ ਕਾਨੂੰਨ ਜਿਹੜਾ ਇਹ ਮੰਨਦਾ ਵੀ ਇਹ ਜਿੱਥੇ ਮਰਜ਼ੀ ਨਿਹੰਗ ਸਿੰਘ ਜਾ ਸਕਦੇ ਆ। ਬਾਕੀ ਜਿਹੜੇ ਨਿਸ਼ਾਨ ਨਗਾਰੇ ਆ ਸਾਡੇ ਕੋਲੇ ਹੁੰਦੇ ਆ, ਜਿੱਥੇ ਵੀ ਅਸੀਂ ਜੋੜ ਮੇਲੇ ਤੇ ਜਿੱਥੇ ਕਿਤੇ ਵੀ ਜਾਂਦੇ ਆ, ਅਸੀਂ ਪੜਾਅ ਲਾਉਣੇ ਆ, ਸਾਡੇ ਹੁਣ ਇੱਥੇ ਨਗਾਰੀ ਨਿਸ਼ਾਨ ਸਾਡੇ ਨਾਲ ਆ। ਜਿਹੜੇ ਨਿਸ਼ਾਨਾਂ ਦਾ ਰੌਲਾ ਪਾਉਂਦੇ ਆ ਚੱਕਰਵਰਤੀ, ਅਸੀਂ ਜਿੱਥੇ ਮਰਜ਼ੀ ਲਿਜਾ ਸਕਦੇ, ਘੋੜੇ ਅਸੀਂ ਜਿੱਥੇ ਮਰਜ਼ੀ ਲਿਜਾ ਸਕਦੇ ਆ। ਇਹ ਸਾਡੇ ਨਾਲ ਕਾਨੂੰਨੀ ਤੌਰ ਤੇ ਮੋਦੀ ਸਾਹਿਬ ਗੱਲ ਕਰਨ, ਅਸੀਂ ਘੋੜੇ ਲੈ ਕੇ ਆਪਦਾ ਸੰਸਦ ਭਵਨ ਤੇ ਜਾਈਏ, ਅਸੀਂ ਨਗਾਰੀ ਨਿਸ਼ਾਨ ਲੈ ਕੇ ਜਾਈਏ। ਆ ਪਿੱਛੇ ਜੇ ਮੈਂ ਅੱਜ ਪੜ੍ਹੀ ਜਾਂਦਾ ਸੀ, ਉਹ ਅੱਜ ਤੱਕ ਤੇ ਵੀ ਦਿੱਤਾ ਪਿਆ, ਉਹ ਘੋੜਾ ਲੈ ਕੇ ਤਾਂ ਨਿਹੰਗ ਸਿੰਘ ਜਾ ਰਹੇ, ਅਸੀਂ ਲੈ ਕੇ ਗਏ ਆ ਘੋੜਾ। ਉਹ ਬਣਾਈ ਜਾਂਦੇ ਜੀ ਆ ਫਲਾਨਾ, ਇਹਦਾ ਪਿੱਛੇ ਸੂਤਰਧਾਰ ਸੀ, ਇਹਦਾ ਫਲਾਨਾ ਸੀ। ਤੁਸੀਂ ਸਿੱਧਾ ਸਾਨੂੰ ਦੱਸੋ, ਅਸੀਂ ਗੱਲ ਕਰਦੇ ਆ ਯਾਰ, ਅਸੀਂ ਸੂਤਰਧਾਰ ਹੈ। ਜਦੋਂ ਘੋੜਾ ਅਸੀਂ ਲੈ ਕੇ ਗਏ, ਸਾਡਾ ਘੋੜਾ ਸੂਤਰਧਾਰ, ਤੁਸੀਂ ਕਿਸੇ ਹੋਰ ਨੂੰ ਬਣਾਈ ਜਾਂਦੇ ਆ। ਘੋੜਾ ਤਾਂ ਤੁਸੀਂ ਦੂਜਾ ਕੋਈ ਬੰਦਾ ਤੋੜ ਕੇ ਵਿਖਾਵੇ ਨਿਹੰਗ ਸਿੰਘ ਤੋਂ ਬਿਨਾਂ। ਨਿਹੰਗ ਸਿੰਘ ਜਿਹੜੇ ਇਹਦੇ ਪੈਰੇ 'ਚ ਉਹੀ ਘੋੜੇ ਨੂੰ ਤੋੜਦਾ, ਉਹਦੇ ਆਖੇ ਲੱਗਦਾ ਘੋੜਾ, ਦੂਜੇ ਦੇ ਆਖੇ ਨਹੀਂ ਲੱਗਦਾ। ਤੇ ਅਸੀਂ ਆਪ ਗਏ ਆ, ਸਾਨੂੰ ਅਧਿਕਾਰ ਆ ਉੱਥੇ ਜਾਣ ਦਾ, ਲਾਲ ਕਿਲੇ ਤੇ ਅਸੀਂ ਆਪ ਨਿਸ਼ਾਨ ਚਲਾ ਕੇ ਆਏ ਆ। ਉੱਥੇ ਜਿਹੜਾ ਪੰਥ ਦਾ ਨਿਸ਼ਾਨ ਆ, ਘੋੜੇ ਉੱਥੇ ਲੈ ਕੇ ਗਏ ਆ। ਤੇ ਇਹ ਉੱਥੇ ਬਣਾਈ ਜਾਂਦੇ ਜੀ ਫਲਾਨਾ ਇਹ ਸੂਤਰਧਾਰ ਹੈ, ਉਹਨੂੰ ਅੱਤਵਾਦੀ ਤੌਰ ਤੇ ਦਿਖਾਈ ਜਾਂਦੇ ਆ ਲੋਕ। ਪਿੱਛੇ ਏਜੰਸੀਆਂ ਹੋਰ ਕੰਮ ਕਰਦੀਆਂ, ਕੋਈ ਏਜੰਸੀ ਨਹੀਂ ਕੰਮ ਕਰਦੀ, ਇਹ ਕਿਸਾਨ ਹੀ ਕੰਮ ਕਰਦੇ। ਕਿਸਾਨ ਹੀ ਏਜੰਸੀਆਂ, ਇਹਨਾਂ ਨਾਲ ਗੱਲ ਕਰ ਲਓ, ਕੋਈ ਏਜੰਸੀ ਨਹੀਂ ਹੈਗੀ ਇੱਥੇ। ਕਿਸਾਨ ਹੀ ਏਜੰਸੀਆਂ ਹੈ, ਬਹੁਤ ਵੱਡੀ ਏਜੰਸੀ ਹੈ ਕਿਸਾਨ। ਇਹ ਤੁਹਾਡੀ ਐਡੀ ਤਗੜੀ ਏਜੰਸੀ ਹੈ, ਤੁਹਾਨੂੰ ਡੋਬ ਕੇ ਰੱਖ ਦੂਗੀ ਜੇ ਤੁਸੀਂ ਨਾ ਇਹਨਾਂ ਦੀ ਗੱਲ ਮੰਨੀ ਤਾਂ। ਬਹੁਤ ਬਹੁਤ ਧੰਨਵਾਦ ਜੀ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜੇ ਉਹ ਸਮਾਗਮ ਕਰਵਾਏ ਜਾ ਰਹੇ ਨੇ, ਉਹਦੇ ਵਿੱਚ ਵੀਰਾਂ ਨੇ ਗੱਲਬਾਤ ਕੀਤੀ ਹੈ ਵੀ ਸਾਰਿਆਂ ਨੂੰ ਏਕੇ ਦੇ ਵਿੱਚ ਰਹਿਣ ਦੀ ਲੋੜ ਹੈ। ਜਿਵੇਂ ਸੰਯੁਕਤ ਮੋਰਚਾ ਚੱਲ ਰਿਹਾ ਹੈ, ਇਸ ਦੇ ਵਿੱਚ ਵੀ ਜਿਹੜਾ ਨੌਜਵਾਨ ਨੇ ਜਾਂ ਕਿਸਾਨ ਜਥੇਬੰਦੀਆਂ ਨੇ, ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ। ਸਾਨੂੰ ਨਿਸ਼ਾਨ ਏਕੇ ਦਾ ਪ੍ਰਤੀਕ ਗੁਰੂ ਜੀ ਦੇ ਵੱਲੋਂ ਦਿੱਤੇ ਗਏ ਨੇ। ਘੋੜੇ ਕਹਿੰਦੇ ਵੀ ਅਸੀਂ ਲੈ ਕੇ ਗਏ ਹਾਂ, ਐਵੇਂ ਏਜੰਸੀਆਂ ਦੀ ਗੱਲ ਨਾ ਕੀਤੀ ਜਾਵੇ, ਸੂਤਰਧਾਰਾਂ ਦੀ ਗੱਲ ਨਾ ਕੀਤੀ ਜਾਵੇ। ਨਿਹੰਗ ਸਿੰਘ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜਿਹੜਾ ਕੁੰਡਲੀ ਬਾਰਡਰ ਤੋਂ ਆਉਣ ਵਾਲੇ ਸਮੇਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸੁਰਖਾਬ ਟੀਵੀ ਤੋਂ ਅਮਰਪ੍ਰੀਤ ਸਿੰਘ ਗੁੱਜਰਵਾਲ।